हेलो एवरीवन वेलकम टू करियर क्वेस्ट। सो ਅੱਜ ਆਪਣੀ ਥਰਡ ਕਲਾਸ ਹੈ ਪੋਲਿਟੀ ਦੇ ਐਮਸੀਕਿਊਜ਼ ਦੀ, ਜਿਸ ਦੇ ਵਿੱਚ ਆਪਾਂ ਪੋਲਿਟੀ ਦੇ ਐਮਸੀਕਿਊਜ਼ ਨੂੰ ਪੂਰੀ ਡਿਟੇਲ ਦੇ ਨਾਲ ਕਵਰ ਕਰ ਰਹੇ ਹਾਂ। ਹਰ ਇੱਕ ਐਮਸੀਕਿਊ ਦੇ ਨਾਲ ਤੁਹਾਡੇ 10 ਤੋਂ 15 ਐਮਸੀਕਿਊ ਕੀ ਹੋ ਰਹੇ ਨੇ, ਕਵਰ ਹੋ ਰਹੇ ਨੇ। ਬਿਕਾਜ਼ ਆਪਣਾ ਵੀਕ ਹੀ ਰਹੇਗਾ ਕਿ ਇੱਕ ਐਮਸੀਕਿਊ ਚੱਕਾਂਗੇ ਤੇ ਉਸ ਦੇ ਰਿਗਾਰਡਿੰਗ ਜਿੰਨੇ ਵੀ ਐਡੀਸ਼ਨਲ ਫੈਕਟਸ ਹੋਣਗੇ ਉਹ ਤੁਹਾਡੇ ਸਕਰੀਨ ਦੇ ਉੱਤੇ ਤੁਹਾਨੂੰ ਲਿਖਵਾ ਦਿੱਤੇ ਜਾਣਗੇ। ਸੋ ਜਦੋਂ ਵੀ ਇਹ ਸੀਰੀਜ਼ ਨੂੰ ਦੇਖਣਾ ਹੈ ਤਾਂ ਆਪਣੀ ਕਾਪੀ ਪੈਨ ਨਾਲ ਲੈ ਕੇ ਬੈਠਣਾ ਤਾਂ ਜੋ ਤੁਸੀਂ ਐਡੀਸ਼ਨਲ ਫੈਕਟਸ ਨੂੰ ਰਾਈਟ ਡਾਊਨ ਕਰਦੇ ਚਲੋ। ਸੋ ਲੈਟਸ ਸਟਾਰਟ ਅੱਜ ਦੀ ਕਲਾਸ ਨੂੰ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਦੇਖਾਂਗੇ। ਫਸਟ ਕੁਐਸਚਨ ਕੀ ਹੈ, ਕਹਿੰਦੇ ਵਿਚ ਅਮੰਗ ਦ ਫੋਲੋਇੰਗ ਕਮੇਟੀਜ਼ ਆਫ ਲੋਕ ਸਭਾ ਇਜ਼ ਅਸਿਸਟਡ ਬਾਈ ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ। ਫਸਟਲੀ ਕੁਐਸਚਨ ਕੀ ਪੁੱਛਿਆ ਗਿਆ ਹੈ ਕਿ ਕਿਹੜੀ ਪਾਰਲੀਮੈਂਟ ਦੀ ਉਹ ਕਿਹੜੀ ਕਮੇਟੀ ਹੈ ਜਿਸ ਨੂੰ ਕਿਸ ਦੇ ਦੁਆਰਾ ਕੀਤਾ ਜਾਂਦਾ ਹੈ। ਕਮੇਟੀਜ਼ ਆਫ ਦ ਲੋਕ ਸਭਾ ਇਜ਼ ਅਸਿਸਟਡ, ਪੁੱਛਿਆ ਗਿਆ ਕਿ ਕਿਹੜੀ ਲੋਕ ਸਭਾ ਦੀ ਉਹ ਕਮੇਟੀ ਹੈ ਜਿਸ ਨੂੰ ਕੰਟਰੋਲਰ ਆਡੀਟਰ ਦੇ ਦੁਆਰਾ ਕੀ ਕੀਤਾ ਜਾਂਦਾ ਹੈ, ਅਸਿਸਟ ਕੀਤਾ ਜਾਂਦਾ ਹੈ। ਕੱਲ ਮੈਂ ਦੱਸਿਆ ਸੀ ਕਿ ਕੰਟਰੋਲਰ ਆਡੀਟਰ ਜਨਰਲ ਹੁੰਦਾ ਕੀ ਹੈ। ਸਭ ਤੋਂ ਪਹਿਲਾਂ ਮੈਂ ਕੱਲ ਦੱਸਿਆ ਸੀ ਕਿ ਜੋ ਕੈਗ ਹੁੰਦਾ ਹੈ, ਕੈਗ ਕੀ ਹੈ, ਕੰਟਰੋਲਰ ਆਡੀਟਰ ਜਨਰਲ, ਜੋ ਸਾਡਾ ਕੈਗ ਹੁੰਦਾ ਉਹਦਾ ਆਰਟੀਕਲ ਇਨ ਵਿਚ ਆਰਟੀਕਲ जो कैग है उसका आर्टिकल केड़ा है, कैग दा आर्टिकल है 148। कैग दा फुल फॉर्म की है कंट्रोलर ऑडिटर जर्नल। सो इस दे नाम दे विच ही जो वर्ड यूज हुंदा है ऑडिट करना। सो यह की करदा है जो साडा कैग है, कैग दा काम की हुंदा है, कैग दा काम हुंदा है फाइनैंशियल सिस्टम नू सांभना जां फाइनैंशियल सिस्टम नू ऑडिट करना। ਕਿਹੜੇ ਫਾਈਨੈਂਸ਼ੀਅਲ ਸਿਸਟਮ ਨੂੰ, ਸਟੇਟ ਐਸ ਵੈਲ ਐਸ ਸੈਂਟਰ। ਠੀਕ ਹੈ ਜੀ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੈਂਟਰ ਦੇ ਨਾਲ ਨਾਲ ਸਟੇਟ ਦੇ ਫਾਈਨੈਂਸ਼ੀਅਲ ਸਿਸਟਮ ਨੂੰ ਵੀ ਕੌਣ ਸਾਂਭਦਾ ਹੈ, ਕੈਗ। ਠੀਕ ਹੈ, ਕੰਟਰੋਲਰ ਆਡੀਟਰ ਜਨਰਲ। ਸੋ ਜਿੰਨੀਆਂ ਵੀ ਫਾਈਨੈਂਸ਼ੀਅਲ ਰਿਪੋਰਟਸ ਹੁੰਦੀਆਂ ਨੇ ਉਹ ਕਿਸੇ ਦੁਆਰਾ ਆਡਿਟ ਕੀਤੀਆਂ ਜਾਂਦੀਆਂ, ਕੰਟਰੋਲਰ ਆਡੀਟਰ ਜਨਰਲ ਦੇ ਦੁਆਰਾ। ਸੋ ਜੋ ਸੈਂਟਰ ਦੀਆਂ ਰਿਪੋਰਟਸ ਆਡਿਟ ਕੀਤੀਆਂ ਜਾਂਦੀਆਂ ਉਹ ਪ੍ਰੈਜ਼ੀਡੈਂਟ ਕੋਲ ਜਾਂਦੀਆਂ ਨੇ, ਤੇ जो स्टेट दी रिपोर्ट्स ने जो कंट्रोलर ऑडिटर के द्वारा ऑडिट कीतियां जांदियां किसनूं सबमिट करवाइयां जांदियां, गवर्नर। सो क्वेश्चन की पूछा गया कि लोक सभा की केड़ी कमेटी है जिसनूं कंट्रोलर ऑडिटर जनरल असिस्ट करदा है। सो ये कमेटी देखो डिफरेंट कमेटीज ने साडे, कुछ स्टैंडिंग कमेटीज, कुछ ज्वाइंट कमेटीज पार्लीमेंट दियां, एक एस्टीमेट कमेटी है। एस्टीमेट कमेटी ਦੇ ਵਿੱਚ ਕੀ ਹੁੰਦਾ ਹੈ, 30 ਮੈਂਬਰ ਹੁੰਦੇ ਨੇ ਤੇ 30 ਦੇ 30 ਮੈਂਬਰ ਹੀ ਲੋਕ ਸਭਾ ਦੇ ਹੁੰਦੇ ਨੇ। ਸੋ ਅਗਰ ਪੁੱਛਿਆ ਜਾਵੇ ਕਿ ਪਾਰਲੀਮੈਂਟ ਦੀ ਸਭ ਤੋਂ ਲਾਰਜੈਸਟ ਕਮੇਟੀ ਕਿਹੜੀ ਹੈ, ਤਾਂ ਲਾਰਜੈਸਟ ਕਮੇਟੀ ਹੈ ਜੀ ਸਾਡੀ ਐਸਟੀਮੇਟ ਕਮੇਟੀ। ਵਾਈ? ਬਿਕਾਜ਼ ਇਹਦੇ ਵਿੱਚ ਸਾਰੇ ਦੇ ਸਾਰੇ ਮੈਂਬਰ ਕੀ ਹੁੰਦੇ ਨੇ, ਲੋਕ ਸਭਾ ਦੇ ਹੁੰਦੇ ਨੇ। ਬਟ ਉਹ ਕਿਹੜੀ ਕਮੇਟੀ ਹੈ ਜੋ ਕੰਟਰੋਲਰ ਆਡੀਟਰ ਦੁਆਰਾ ਅਸਿਸਟ ਕੀਤੀ ਜਾਂਦੀ ਹੈ, ਉਹ ਹੈ ਜੀ ਸਾਡੀ ਆਪਸ਼ਨ ਬੀ, ਪਬਲਿਕ ਅਕਾਊਂਟ ਕਮੇਟੀ। ਕਿਹੜੀ ਹੈ ਜੀ, ਪਬਲਿਕ ਅਕਾਊਂਟ ਕਮੇਟੀ ਹੈ ਜੋ ਅਸਿਸਟ ਕੀਤੀ ਜਾਂਦੀ ਹੈ ਸਾਡੇ ਕੰਟਰੋਲਰ ਆਡੀਟਰ ਦੁਆਰਾ। ਸੋ ਪਬਲਿਕ ਅਕਾਊਂਟ ਕਮੇਟੀ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ, ਇਹਦੇ ਵਿੱਚ 22 ਮੈਂਬਰ ਹੁੰਦੇ ਨੇ, ਜਿਹਦੇ ਵਿੱਚੋਂ 15 ਮੈਂਬਰ ਹੁੰਦੇ ਨੇ ਲੋਕ ਸਭਾ ਦੇ ਤੇ 7 ਮੈਂਬਰ ਹੁੰਦੇ ਨੇ ਰਾਜ ਸਭਾ ਦੇ। ਹਰ ਇੱਕ ਕਮੇਟੀ ਦੇ ਪ੍ਰੈਜ਼ੀਡੈਂਟ ਕੌਣ ਹੁੰਦੇ ਨੇ, ਸਪੀਕਰ। ਠੀਕ ਹੈ, जो चेयरमैन, हर एक कमेटी के चेयरमैन किसके द्वारा चुने जाते हैं, तो लोक सभा के स्पीकर के द्वारा चुने जाते हैं। सो इत्थों एग्जाम दे विच क्वेश्चन बहुत पूछा जाता है कि लोक सभा की लार्जेस्ट कमेटी किहड़ी है, तो आंसर होएगा एस्टीमेट कमेटी। बट लोक सभा की किहड़ी कमेटी नूं असिस्ट किया जाता है कंट्रोलर आडिटर द्वारा, तो वह होएगी पब्लिक अकाउंट कमेटी। सो कैग की गल किस आर्टिकल के अंडर की जाती है, 148। होपफुली कैग के रिगार्डिंग जिन्नियां भी एडिशनल फैक्ट्स ने तुसी राइट डाउन कर ले होंगे। नैक्सट क्वेश्चन है, बहुत इंपॉर्टेंट क्वेश्चन है, बहुत बार एग्जाम के पूछा गया। जदों भी मैं कॉन्स्टिट्यूट असैंबली नूं स्टार्ट करदी हां कि कॉन्स्टिट्यूट असैंबली कदों बनी, किस दे अंडर बनी, किहड़ियां मीटिंग्स हुईयां, तो मैं ये क्वेश्चन हमेशा ही बच्चों नूं दसदी हां। क्वेश्चन की है, which of the following personalities was not a member of constituent assembly? कि वो केड़ी prominent personality सन जो constituent assembly दे member नहीं बने, because वो की सन एक prominent leader सन, दो जने सन, दो personality सन जो prominent personality सन या prominent leader सन,
ਬਟ ਉਹ ਦੋਨੋਂ ਦੀਆਂ ਦੋਨੋਂ ਪਰਸਨੈਲਿਟੀਜ਼ ਕੀ ਨੇ, ਕਨਸਟੀਟਿਊਟ ਅਸੈਂਬਲੀ ਦੇ ਮੈਂਬਰ ਨਹੀਂ ਸੀ ਬਣੇ। ਸੋ ਇੱਥੇ ਇੱਕ ਪਰਸਨੈਲਿਟੀ ਦਾ ਨਾਮ ਦਿੱਤਾ ਹੋਇਆ ਹੈ ਜਿਸ ਦਾ ਨਾਮ ਹੈ ਜੀ, ਹੁਣ ਦੇਖੋ ਤੁਹਾਨੂੰ ਪਤਾ ਹੋਏਗਾ ਕਿ ਡਾਕਟਰ ਰਜਿੰਦਰ ਪ੍ਰਸਾਦ ਤਾਂ ਕਨਸਟੀਟਿਊਟ ਅਸੈਂਬਲੀ ਦੇ ਪ੍ਰੈਜ਼ੀਡੈਂਟ ਬਣੇ ਸਨ। ਸੋ ਇਹ ਤਾਂ ਆਪਸ਼ਨ ਹੋ ਨਹੀਂ ਸਕਦਾ। ਤਾਂ ਆਂਸਰ ਹੈ ਜੀ ਆਪਸ਼ਨ ਡੀ, ਮਹਾਤਮਾ ਗਾਂਧੀ। ਸੋ ਮਹਾਤਮਾ ਗਾਂਧੀ ਵਾਸ ਅ ਪ੍ਰੋਮੀਨੈਂਟ ਲੀਡਰ ਬਟ ਉਹ ਕਨਸਟੀਟਿਊਟ ਅਸੈਂਬਲੀ ਦੇ ਮੈਂਬਰ ਨਹੀਂ ਸਨ ਬਣੇ। ਮਹਾਤਮਾ ਗਾਂਧੀ ਦੇ ਨਾਲ ਨਾਲ ਮੁਹੰਮਦ ਅਲੀ ਜਿਨਾ, ਠੀਕ ਹੈ ਜੀ, ਮੁਹੰਮਦ ਅਲੀ ਜਿਨਾ ਸਨ ਜੋ ਉਹ ਵੀ ਕਨਸਟੀਟਿਊਟ ਅਸੈਂਬਲੀ ਦੇ ਮੈਂਬਰ ਨਹੀਂ ਬਣੇ ਸਨ। ਦੋਵੇਂ ਪ੍ਰੋਮੀਨੈਂਟ ਪਰਸਨੈਲਿਟੀ ਸਨ। ਅਗਰ ਮਹਾਤਮਾ ਗਾਂਧੀ ਦੀ ਗੱਲ ਕੀਤੀ ਜਾਵੇ ਤਾਂ ਮਹਾਤਮਾ ਗਾਂਧੀ ਜੀ 1892 ਦੇ ਵਿੱਚ ਸਾਊਥ ਅਫਰੀਕਾ ਚਲੇ ਗਏ ਸਨ ਤੇ 1915 ਦੇ ਵਿੱਚ ਵਾਪਸ ਸਾਊਥ ਅਫਰੀਕਾ ਤੋਂ ਇੰਡੀਆ ਦੇ ਵਿੱਚ ਆਏ ਸਨ। ਕਦੋਂ ਆਏ ਸਨ? 9 ਜਨ 1915 ਨੂੰ ਉਹ ਵਾਪਸ ਆਏ ਸਨ ਇੰਡੀਆ ਸਾਊਥ ਅਫਰੀਕਾ ਤੋਂ, ਜਿਸ ਦਿਨ ਨੂੰ NRI ਦਿਵਸ ਵੀ ਕਿਹਾ ਜਾਂਦਾ ਹੈ। ਸੋ ਮਹਾਤਮਾ ਗਾਂਧੀ ਨੇ ਇੰਡੀਆ ਦੇ ਵਿੱਚ ਵਾਪਸ ਆ ਕੇ ਸਭ ਤੋਂ ਪਹਿਲਾਂ ਕਿਹੜਾ ਸੱਤਿਆਗ੍ਰਹਿ ਕੀਤਾ ਸੀ? ਸਭ ਤੋਂ ਪਹਿਲਾਂ ਉਹਨਾਂ ਨੇ ਚੰਪਾਰਨ ਦਾ ਸੱਤਿਆਗ੍ਰਹਿ ਕੀਤਾ ਸੀ 1917 ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਅਹਿਮਦਾਬਾਦ ਮਿਲ ਸਟ੍ਰਾਈਕ ਕੀਤੀ ਸੀ। ਇਹ ਕਦੋਂ ਸੀ? 1918 ਦੇ ਵਿੱਚ। ਇਸ ਤੋਂ ਬਾਅਦ ਉਹਨਾਂ ਨੇ ਖੇੜਾ ਸੱਤਿਆਗ੍ਰਹਿ ਕੀਤਾ ਸੀ। ਖੇੜਾ ਸੱਤਿਆਗ੍ਰਹਿ ਕਦੋਂ ਕੀਤਾ ਸੀ? 1918 ਦੇ ਵਿੱਚ। ਉਸ ਤੋਂ ਬਾਅਦ ਮਹਾਤਮਾ ਗਾਂਧੀ ਜੀ ਨੇ ਨੌਨ ਕੋਆਪਰੇਸ਼ਨ ਮੂਵਮੈਂਟ ਸਟਾਰਟ ਕੀਤੀ ਸੀ। ਨੌਨ ਕੋਆਪਰੇਸ਼ਨ ਮੂਵਮੈਂਟ ਕਦੋਂ ਸਟਾਰਟ ਕੀਤੀ ਸੀ? 1921 ਜਨਵਰੀ ਨੂੰ ਸਟਾਰਟ ਕੀਤੀ ਸੀ ਤੇ ਫੈਬ 1922 ਨੂੰ ਨੌਨ ਕੋਆਪਰੇਸ਼ਨ ਮੂਵਮੈਂਟ ਵਾਪਸ ਲੈ ਲਈ ਗਈ ਸੀ ਮਹਾਤਮਾ ਗਾਂਧੀ ਜੀ ਦੇ ਦੁਆਰਾ। ਕਿਉਂ? ਕਿਉਂਕਿ ਚੌਰੀ ਚੌਰਾ ਵਾਲਾ ਕੇਸ ਹੋਇਆ ਸੀ। ਇਸ ਤੋਂ ਬਾਅਦ ਮਹਾਤਮਾ ਗਾਂਧੀ ਜੀ ਨੇ 1928 ਵਾਲਾ ਬਰਡੋਲੀ ਸੱਤਿਆਗ੍ਰਹਿ ਕੀਤਾ ਸੀ। 1930 ਦੇ ਵਿੱਚ ਉਹਨਾਂ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਸਟਾਰਟ ਕੀਤੀ ਸੀ। ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਵਿੱਚ ਹੀ ਉਹਨਾਂ ਨੇ ਕੀ ਕੀਤਾ ਸੀ? ਡਾਂਡੀ ਮਾਰਚ, ਠੀਕ ਹੈ, ਡਾਂਡੀ ਮਾਰਚ ਕੱਢੀ ਸੀ। 1930 ਤੋਂ ਬਾਅਦ ਇਹ ਜੋ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੈ ਉਹਨਾਂ ਦੀ 1934 ਤੱਕ ਚੱਲੀ ਸੀ। 1931 ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ? ਇਰਵਿਨ ਪੈਕਟ ਸਾਈਨ ਕੀਤਾ ਸੀ। 5 ਮਾਰਚ ਨੂੰ ਉਹਨਾਂ ਨੇ ਗਾਂਧੀ ਇਰਵਿਨ ਪੈਕਟ ਸਾਈਨ ਹੋਇਆ ਸੀ। 1931 ਦੇ ਵਿੱਚ ਉਹਨਾਂ ਨੇ ਸੈਕਿੰਡ ਰਾਉਂਡ ਟੇਬਲ ਕਾਨਫਰੰਸ ਵੀ ਕੀ ਕੀਤੀ ਸੀ? ਅਟੈਂਡ ਕੀਤੀ ਸੀ, ਸੈਕਿੰਡ ਰਾਉਂਡ ਟੇਬਲ ਕਾਨਫਰੰਸ। ਆਫਟਰ ਦੈਟ 1940 ਦੇ ਵਿੱਚ ਗਾਂਧੀ ਜੀ ਨੇ ਇੰਡੀਵਿਜੂਅਲ ਸੱਤਿਆਗ੍ਰਹਿ ਸਟਾਰਟ ਕੀਤਾ ਸੀ। ਇੰਡੀਵਿਜੂਅਲ ਸੱਤਿਆਗ੍ਰਹਿ ਦੇ ਉੱਤੇ ਪਹਿਲੇ ਬੈਠਣ ਵਾਲੇ ਬੰਦੇ ਕੌਣ ਸਨ? ਸਾਡੇ ਵੱਲਭ ਭਾਈ ਪਟੇਲ, ਵਿਨੋਬਾ ਭਾਵੇ ਸਨ ਤੇ ਸੈਕਿੰਡ ਪਰਸਨ ਸਨ ਜਵਾਹਰ ਲਾਲ ਨਹਿਰੂ। 1942 ਦੇ ਵਿੱਚ ਗਾਂਧੀ ਜੀ ਨੇ ਲਾਸਟ ਮੂਵਮੈਂਟ ਸਟਾਰਟ ਕੀਤੀ ਸੀ, that was quit India movement। ਕਿਹੜੀ ਮੂਵਮੈਂਟ ਸਟਾਰਟ ਕੀਤੀ ਸੀ? ਕੁਇਟ ਇੰਡੀਆ ਮੂਵਮੈਂਟ ਸੀ ਜੋ ਗਾਂਧੀ ਜੀ ਦੇ ਦੁਆਰਾ ਸਟਾਰਟ ਕੀਤੀ ਗਈ ਸੀ। ਡਾਕਟਰ ਰਜਿੰਦਰ ਪ੍ਰਸਾਦ ਦੀ ਗੱਲ ਕੀਤੀ ਜਾਵੇ ਤਾਂ 11 ਦਸੰਬਰ 1946 ਦੇ ਵਿੱਚ ਡਾਕਟਰ ਰਜਿੰਦਰ ਪ੍ਰਸਾਦ ਕੀ ਚੁਣੇ ਗਏ ਸਨ? ਕਨਸਟੀਟਿਊਟ ਅਸੈਂਬਲੀ ਦੇ ਪ੍ਰੈਜ਼ੀਡੈਂਟ ਚੁਣੇ ਗਏ ਸਨ। HC ਮੁਖਰਜੀ ਵਾਸ ਕੌਣ ਚੁਣੇ ਗਏ ਸਨ? HC ਮੁਖਰਜੀ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਸਨ ਕਨਸਟੀਟਿਊਟ ਅਸੈਂਬਲੀ ਦੇ। ਬਟ ਇੰਟਰਿਮ ਪ੍ਰੈਜ਼ੀਡੈਂਟ ਕੌਣ ਸਨ? ਇੰਟਰਿਮ ਪ੍ਰੈਜ਼ੀਡੈਂਟ ਕੌਣ ਬਣੇ ਸਨ ਕਨਸਟੀਟਿਊਟ ਅਸੈਂਬਲੀ ਦੇ? ਸਚਿਦਾਨੰਦ ਸਿਨਹਾ ਜੀ, ਠੀਕ ਹੈ ਜੀ, ਸਚਿਦਾਨੰਦ ਸਿਨਹਾ ਜੀ। ਤੇ ਤੀਸਰੀ ਮੀਟਿੰਗ ਹੋਈ ਸੀ 13 ਦਸੰਬਰ 1946 ਨੂੰ, ਜਿਸ ਦੇ ਵਿੱਚ ਆਬਜੈਕਟਿਵ ਰੈਜ਼ੋਲੂਸ਼ਨ ਲਿਆ ਗਿਆ ਸੀ ਜਵਾਹਰ ਲਾਲ ਨਹਿਰੂ ਜੀ ਦੇ ਦੁਆਰਾ। ਸੋ ਕੁਐਸਚਨ ਕੀ ਸੀ ਕਿ ਕਿਹੜੇ ਉਹ ਪ੍ਰੋਮੀਨੈਂਟ ਪਰਸਨੈਲਿਟੀ ਸੀ ਜੋ ਕਨਸਟੀਟਿਊਟ ਅਸੈਂਬਲੀ ਦੇ ਮੈਂਬਰ ਨਹੀਂ ਸੀ ਬਣੇ? ਉਹ ਸਨ ਸਾਡੇ ਮਹਾਤਮਾ ਗਾਂਧੀ ਜੀ ਤੇ ਉਹਨਾਂ ਦੇ ਨਾਲ ਸਨ ਮੁਹੰਮਦ ਅਲੀ ਜਿਨਾ। ਸੋ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਵਿਚ ਅਮੰਗ ਦਾ ਫੋਲੋਇੰਗ ਇਜ਼ ਐਨ ਇਨਕਰੈਕਟ ਸਟੇਟਮੈਂਟ ਰਿਗਾਰਡਿੰਗ ਮਨੀ ਬਿੱਲ। ਤੁਹਾਨੂੰ ਮਨੀ ਬਿੱਲ ਦੇ ਰਿਗਾਰਡਿੰਗ ਨਾ ਕੁਝ ਕੁ ਸਟੇਟਮੈਂਟਸ ਦਿੱਤੀਆਂ ਗਈਆਂ ਨੇ ਤੇ ਪੁੱਛਿਆ ਗਿਆ ਹੈ ਕਿ ਕਿਹੜੀ ਸਟੇਟਮੈਂਟ ਹੈ ਜੋ ਮਨੀ ਬਿੱਲ ਦੇ ਰਿਗਾਰਡਿੰਗ ਬਿਲਕੁਲ ਸਹੀ ਨਹੀਂ ਹੈ। ਅਗਰ ਆਪਾਂ ਮਨੀ ਬਿੱਲ ਦੀ ਗੱਲ ਕੀਤੀ ਜਾਵੇ ਤਾਂ ਮਨੀ ਬਿੱਲ ਦੀ ਗੱਲ ਕਿਸ ਦੇ ਵਿੱਚ ਕੀਤੀ ਗਈ ਹੈ? ਕਿਸ ਆਰਟੀਕਲ ਦੇ ਵਿੱਚ? ਆਰਟੀਕਲ 110 ਦੇ ਵਿੱਚ, 110 ਆਰਟੀਕਲ ਦੇ ਅੰਡਰ ਮਨੀ ਬਿੱਲ ਦੀ ਗੱਲ ਕੀਤੀ ਗਈ ਹੈ। ਤਾਂ ਮਨੀ ਬਿੱਲ ਦੇ ਰਿਗਾਰਡਿੰਗ ਕੁਝ ਤੁਹਾਨੂੰ ਇੰਪੋਰਟੈਂਟ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ
ਕਿ ਮਨੀ ਬਿੱਲ ਸਿਰਫ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਕੀਤਾ ਜਾਂਦਾ ਹੈ ਔਨ ਦਾ ਪ੍ਰਾਇਰ ਰეკਮੈਂਡੇਸ਼ਨ ਆਫ ਪ੍ਰੈਜ਼ੀਡੈਂਟ ਦੀ ਪ੍ਰਾਇਰ ਰეკਮੈਂਡੇਸ਼ਨ ਦੇ ਨਾਲ ਹੀ ਇਸ ਨੂੰ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਕੀਤਾ ਜਾਂਦਾ ਹੈ ਤੇ ਇਸ ਨੂੰ ਜਸਟ ਕੌਣ ਇੰਟਰੋਡਿਊਸ ਕਰ ਸਕਦਾ ਹੈ? ਮਨਿਸਟਰ ਹੀ ਕੀ ਕਰ ਸਕਦੇ ਨੇ? ਇੰਟਰੋਡਿਊਸ ਕਰ ਸਕਦੇ ਨੇ। ਅਗਰ ਪੁੱਛਿਆ ਜਾਵੇ ਕਿ ਮਨੀ ਬਿੱਲ ਦੇ ਉੱਤੇ ਫਾਈਨਲ ਡਿਸੀਜਨ ਕਿਸ ਦਾ ਹੁੰਦਾ ਹੈ ਜਾਂ ਫਾਈਨਲ ਸਟੇਟਮੈਂਟ ਕਿਸ ਦੀ ਹੁੰਦੀ ਹੈ ਕਿ ਕੌਣ ਦੱਸਦਾ ਹੈ ਕਿ ਮਨੀ ਬਿੱਲ ਹੈ ਕਿ ਨਹੀਂ, ਤਾਂ ਉਹ ਡਿਸੀਜਨ ਕਿਸ ਦਾ ਹੁੰਦਾ ਹੈ? ਲੋਕ ਸਭਾ ਦੇ ਸਪੀਕਰ ਦਾ। ਠੀਕ ਹੈ ਜੀ, ਕਿਸ ਦਾ ਹੁੰਦਾ ਹੈ? ਲੋਕ ਸਭਾ ਦੇ ਸਪੀਕਰ ਦਾ ਲਾਸਟ ਡਿਸੀਜਨ ਹੁੰਦਾ ਹੈ which is money bill or not। ਠੀਕ ਹੈ ਜੀ, ਸੋ ਇਹ ਇੰਪੋਰਟੈਂਟ ਫੈਕਟਸ ਨੇ ਮਨੀ ਬਿੱਲ ਦੇ ਰਿਗਾਰਡਿੰਗ। ਹੁਣ ਤੁਹਾਨੂੰ ਕੁਝ ਸਟੇਟਮੈਂਟਾਂ ਦਿੱਤੀਆਂ ਗਈਆਂ ਨੇ ਤੇ ਪੁੱਛਿਆ ਗਿਆ ਹੈ ਕਿ ਕਿਹੜੀ ਸਟੇਟਮੈਂਟ ਹੈ ਜੋ ਮਨੀ ਬਿੱਲ ਦੇ ਰਿਗਾਰਡਿੰਗ ਬਿਲਕੁਲ ਸਹੀ ਨਹੀਂ ਹੈ। ਸੋ ਪੁੱਛੀ ਕਿਹੜੀ ਗਈ ਹੈ? ਇਨਕਰੈਕਟ ਸਟੇਟਮੈਂਟ। ਧਿਆਨ ਨਾਲ ਕੁਐਸਚਨ ਨੂੰ ਪੁੱਛਿਆ, ਪੜ੍ਹਨਾ ਹੈ। ਪੁੱਛੀ ਕੀ ਗਈ ਹੈ? ਇਨਕਰੈਕਟ ਸਟੇਟਮੈਂਟ। ਫਸਟ ਸਟੇਟਮੈਂਟ ਹੈ ਕਹਿੰਦੇ ਇਟ ਕੈਨ ਬੀ ਇੰਟਰੋਡਿਊਸ ਓਨਲੀ ਇਨ ਲੋਕ ਸਭਾ। ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਇਹ ਸਿਰਫ ਲੋਕ ਸਭਾ ਦੇ ਵਿੱਚ ਹੀ ਇੰਟਰੋਡਿਊਸ ਕੀਤਾ ਜਾਂਦਾ ਹੈ। ਸੋ ਫਸਟ ਸਟੇਟਮੈਂਟ ਬਿਲਕੁਲ ਸਹੀ ਹੈ। ਨੈਕਸਟ ਹੈ ਕਹਿੰਦੇ ਇਟ ਕੈਨ ਬੀ ਇੰਟਰੋਡਿਊਸ ਓਨਲੀ ਔਨ ਦਾ ਰეკਮੈਂਡੇਸ਼ਨ ਆਫ ਪ੍ਰੈਜ਼ੀਡੈਂਟ। ਇਹ ਵੀ ਮੈਂ ਗੱਲ ਦੱਸ ਚੁੱਕੀ ਹਾਂ ਕਿ ਇਹ ਜੋ ਬਿੱਲ ਹੈ ਇਹ ਔਨ ਦਾ ਪ੍ਰਾਇਰ ਰეკਮੈਂਡੇਸ਼ਨ ਆਫ ਪ੍ਰੈਜ਼ੀਡੈਂਟ ਹੀ ਇੰਟਰੋਡਿਊਸ ਕੀਤਾ ਜਾਂਦਾ ਹੈ। ਬਿਲਕੁਲ ਸਹੀ। ਨੈਕਸਟ ਸਟੇਟਮੈਂਟ ਹੈ ਕਹਿੰਦੇ ਰਾਜ ਸਭਾ ਇਜ਼ ਗਿਵਿੰਗ 1 month ਟਾਈਮ ਪੀਰੀਅਡ ਟੂ ਮੇਕ ਰეკਮੈਂਡੇਸ਼ਨ ਆਫ ਅ ਮਨੀ ਬਿੱਲ। ਸੋ ਇਹ ਗੱਲ ਦੱਸੋ, ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਮਨੀ ਬਿੱਲ ਦੇ ਰਿਗਾਰਡਿੰਗ ਜਿਹੜੀ ਮੇਨ ਪਾਵਰ ਹੈ ਉਹ ਹੈ ਜੀ ਸਿਰਫ ਲੋਕ ਸਭਾ ਦੇ ਕੋਲ। ਠੀਕ ਹੈ, ਲੋਕ ਸਭਾ ਦੇ ਵਿੱਚੋਂ ਪਾਸ ਹੋ ਕੇ ਬਿੱਲ ਜਦੋਂ ਰਾਜ ਸਭਾ ਦੇ ਵਿੱਚ ਜਾਂਦਾ ਹੈ ਤਾਂ ਰਾਜ ਸਭਾ ਦੇ ਕੋਲ ਜਿਹੜੀਆਂ ਪਾਵਰਸ ਨੇ ਮਨੀ ਬਿੱਲ ਦੇ ਰਿਗਾਰਡਿੰਗ ਉਹ ਕਾਫੀ ਕੀ ਨੇ? ਰਿਸਟ੍ਰਿਕਟਡ ਨੇ। ਸੋ ਰਾਜ ਸਭਾ ਹੈਜ਼ ਰਿਸਟ੍ਰਿਕਟਡ ਪਾਵਰ ਰਿਗਾਰਡਿੰਗ ਮਨੀ ਬਿੱਲ। ਸੋ ਜੋ ਰਾਜ ਸਭਾ ਹੈ ਉਹ ਉਸ ਨੂੰ ਕੀ ਕਰਨਾ ਪੈਂਦਾ ਹੈ? ਵਿਦਿਨ 14 ਡੇਜ਼, ਕਿੰਨੇ ਦਿਨਾਂ ਦੇ ਅੰਦਰ ਅੰਦਰ? 14 ਦਿਨਾਂ ਦੇ ਅੰਦਰ ਅੰਦਰ ਰਾਜ ਸਭਾ ਨੂੰ ਮਨੀ ਬਿੱਲ ਦੇ ਉੱਤੇ ਮਨੀ ਬਿੱਲ ਨੂੰ ਵਾਪਿਸ ਭੇਜਣਾ ਪੈਂਦਾ ਹੈ। ਕਿਸ ਦੇ ਕੋਲ? ਲੋਕ ਸਭਾ ਦੇ ਕੋਲ। ਅਗਰ ਉਹ ਨਾ ਭੇਜੇ ਤਾਂ ਬਿੱਲ ਨੂੰ ਕੀ ਮੰਨ ਲਿਆ ਜਾਂਦਾ ਹੈ? ਪਾਸ ਮੰਨ ਲਿਆ ਜਾਂਦਾ ਹੈ। ਸੋ ਇੱਥੇ ਇਹਨਾਂ ਨੇ ਸਟੇਟਮੈਂਟ ਦੇ ਵਿੱਚ ਗੱਲ ਕੀਤੀ ਹੈ 1 ਮੰਥ ਦੀ, ਬਟ ਮੈਂ ਕਿਹਾ ਕਿ ਕਿੰਨੇ ਦਿਨਾਂ ਦੀ ਉਹਦੇ ਕੋਲ ਆਜ਼ਾਦੀ ਹੁੰਦੀ ਹੈ ਰਾਜ ਸਭਾ ਕੋਲ ਮਨੀ ਬਿੱਲ ਨੂੰ ਰੱਖਣ ਦੀ? ਤਾਂ ਸਿਰਫ 14 ਡੇਜ਼, ਸਿਰਫ 14 ਦਿਨ। ਤਾਂ ਆਨਸਰ ਹੋਏਗਾ ਆਪਸ਼ਨ ਸੀ ਇਜ਼ ਅ ਇਨਕਰੈਕਟ ਸਟੇਟਮੈਂਟ, ਕਿਉਂਕਿ ਰਾਜ ਸਭਾ ਦੇ ਕੋਲ ਜਿਹੜੀ ਮਨੀ ਬਿੱਲ ਦੇ ਰਿਗਾਰਡਿੰਗ ਪਾਵਰ ਹੁੰਦੀ ਹੈ ਬਹੁਤ ਜ਼ਿਆਦਾ ਰਿਸਟ੍ਰਿਕਟਡ ਹੁੰਦੀ ਹੈ ਤੇ ਉਹ ਸਿਰਫ ਤੇ ਸਿਰਫ 14 ਦਿਨ ਦੇ ਲਈ ਜੋ ਮਨੀ ਬਿੱਲ ਹੈ ਉਸ ਨੂੰ ਹੋਲਡ ਕਰਕੇ ਰੱਖ ਸਕਦਾ ਹੈ। ਮਨੀ ਬਿੱਲ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਬਿੱਲ ਹੁੰਦੇ ਨੇ? ਮਨੀ ਬਿੱਲ ਤੋਂ ਇਲਾਵਾ ਹੁੰਦਾ ਹੈ ਸਾਡਾ ਆਰਡੀਨਰੀ ਬਿੱਲ। ਆਰਡੀਨਰੀ ਬਿੱਲ ਸਿਰਫ ਤੇ ਜੋ ਆਰਡੀਨਰੀ ਬਿੱਲ ਹੈ ਕਿਸੇ ਵੀ ਹਾਊਸ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ? ਇੰਟਰੋਡਿਊਸ ਕੀਤਾ ਜਾ ਸਕਦਾ ਹੈ। ਕਿਸੇ ਵੀ ਮੈਂਬਰ, ਚਾਹੇ ਉਹ ਮਿਨਿਸਟਰ ਹੋਵੇ ਚਾਹੇ ਉਹ ਪ੍ਰਾਈਵੇਟ ਮੈਂਬਰ ਹੋਵੇ, ਕਿਸੇ ਦੇ ਵੀ ਦੁਆਰਾ ਕੀ ਕੀਤਾ ਜਾ ਸਕਦਾ ਹੈ? ਇੰਟਰੋਡਿਊਸ ਕੀਤਾ ਜਾਂਦਾ ਹੈ। ਆਰਡੀਨਰੀ ਬਿੱਲ ਦੀ ਗੱਲ ਕੀਤੀ ਜਾਵੇ ਤਾਂ ਆਰਡੀਨਰੀ ਬਿੱਲ ਮੈਕਸਿਮਮ 6 ਮੰਥ ਤੱਕ ਲੰਘ ਸਕਦਾ ਹੈ। ਆਫਟਰ ਦੈਟ ਉਸ ਦੇ ਉੱਤੇ ਕੀ ਬਿਠਾਇਆ ਜਾਂਦਾ ਹੈ? ਡੈਡਲੌਕ ਹੋ ਜਾਂਦਾ ਹੈ ਅਗਰ ਪਾਸ ਨਾ ਹੋਵੇ। ਇਸ ਡੈਡਲੌਕ ਨੂੰ ਰਿਜ਼ੋਲਵ ਕਰਨ ਦੇ ਲਈ ਕੀ ਬਿਠਾਈ ਜਾਂਦੀ ਹੈ? ਜੁਆਇੰਟ ਸਿਟਿੰਗ ਬਿਠਾਈ ਜਾਂਦੀ ਹੈ। ਤੇ ਜੁਆਇੰਟ ਸਿਟਿੰਗ ਕਿਸ ਆਰਟੀਕਲ ਦੇ ਅੰਡਰ ਬਿਠਾਈ ਜਾਂਦੀ ਹੈ? 108 ਆਰਟੀਕਲ ਦੇ ਅੰਡਰ। ਤੇ ਜੁਆਇੰਟ ਸਿਟਿੰਗ ਨੂੰ ਪ੍ਰੈਸਾਈਡ ਕੌਣ ਕਰਦਾ ਹੈ? ਜੁਆਇੰਟ ਸਿਟਿੰਗ ਨੂੰ ਪ੍ਰੈਸਾਈਡ ਕੀਤਾ ਜਾਂਦਾ ਹੈ ਲੋਕ ਸਭਾ ਦੇ ਸਪੀਕਰ ਵੱਲੋਂ। ਸੋ ਲੋਕ ਸਭਾ ਦਾ ਸਪੀਕਰ ਇੱਕ ਇੰਪੋਰਟੈਂਟ ਬੰਦਾ ਹੈ, ਉਹਦੇ ਕੋਲ 2 ਐਡੀਸ਼ਨਲ ਪਾਵਰਸ ਨੇ, ਇੱਕ ਤਾਂ ਜੁਆਇੰਟ ਸਿਟਿੰਗ ਨੂੰ ਪ੍ਰੈਸਾਈਡ ਕਰਨ ਦੀ ਤੇ ਇੱਕ ਕੀ? ਮਨੀ ਬਿੱਲ ਦੇ ਉੱਤੇ ਆਪਣਾ ਡਿਸੀਜਨ ਦੇਣ ਦੀ। ਸੋ ਆਰਡੀਨਰੀ ਬਿੱਲ ਤੋਂ ਇਲਾਵਾ ਇੱਕ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੁੰਦਾ ਹੈ। ਸੋ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਆਰਟੀਕਲ 368 ਪਾਰਟ 20 ਦੇ ਵਿੱਚ ਆਉਂਦਾ ਹੈ। ਕਨਸਟੀਟਿਊਸ਼ਨਲ ਅਮੈਂਡਮੈਂਟ ਤੋਂ ਇਲਾਵਾ ਇੱਕ ਹੁੰਦਾ ਹੈ ਜੀ ਸਾਡਾ ਫਾਈਨੈਂਸ਼ੀਅਲ ਬਿੱਲ। ਸੋ ਫਾਈਨੈਂਸ਼ੀਅਲ ਬਿੱਲ ਦੇ ਵਿੱਚ ਜਿਹੜੇ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਉਹ ਆਰਡੀਨਰੀ ਬਿੱਲ ਪਲੱਸ ਮਨੀ ਬਿੱਲ ਵਾਲੇ ਹੁੰਦੇ ਨੇ। ਠੀਕ ਹੈ ਜੀ, ਸੋ ਚੀਜ਼ਾਂ ਤੁਸੀਂ ਥਿਉਰੀ ਦੇ ਵਿੱਚ ਦੇਖ ਸਕਦੇ ਹੋ। ਨੈਕਸਟ ਕੁਐਸਚਨ ਹੈ ਸਾਡਾ 4th ਕੁਐਸਚਨ ਅੱਜ ਦੀ ਸੀਰੀਜ਼ ਦਾ, who among the following has been given right to legislate on residuary subject?
ਕਹਿੰਦੇ ਜਿਹੜੇ ਰੈਸੀਡਿਊਰੀ ਸਬਜੈਕਟਸ ਹੁੰਦੇ ਨੇ ਉਹਨਾਂ ਦੇ ਉੱਤੇ ਜਿਹੜੇ ਲਾਅ ਬਣਾਉਣ ਦਾ ਅਧਿਕਾਰ ਹੁੰਦਾ ਹੈ ਜਾਂ ਪਾਵਰ ਹੁੰਦੀ ਹੈ ਉਹ ਕਿਸ ਦੇ ਕੋਲ ਹੁੰਦੀ ਹੈ। ਹੁਣ ਸਭ ਨੂੰ ਪਤਾ ਹੈ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੈਸੀਡਿਊਰੀ ਸਬਜੈਕਟਸ ਹੁੰਦੇ ਕੀ ਨੇ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਫੈਡਰਲ ਸਟਰਕਚਰ ਦੀ, ਮੈਂ ਫਸਟ ਲੈਕਚਰ ਦੇ ਵਿੱਚ ਹੀ ਦੱਸਿਆ ਸੀ ਕਿ ਫੈਡਰਲ ਸਟਰਕਚਰ ਦੀ ਗੱਲ ਇੰਡੀਆ ਦੇ ਕਿਹੜੇ ਕਨਸਟੀਟਿਊਸ਼ਨ ਦੇ ਕਿਹੜੇ ਸ਼ਡਿਊਲ ਦੇ ਵਿੱਚ ਕੀਤੀ ਗਈ ਹੈ, 7th ਸ਼ਡਿਊਲ ਦੇ ਵਿੱਚ। ਠੀਕ ਹੈ ਜੀ। ਫੈਡਰਲ ਸਟਰਕਚਰ ਦਾ ਮਤਲਬ ਕੀ ਹੁੰਦਾ ਹੈ, ਪਾਵਰ ਵੰਡੀ ਹੋਣੀ ਕਿਸ ਦੇ ਵਿੱਚ, ਸੈਂਟਰ ਤੇ ਸਟੇਟ ਦੇ ਵਿੱਚ ਪਾਵਰ ਦੀ ਡਿਵੀਜ਼ਨ। ਸ਼ਡਿਊਲ 7th ਦੇ ਵਿੱਚ 3 ਲਿਸਟਾਂ ਦਿੱਤੀਆਂ ਗਈਆਂ। ਕਿਹੜੀਆਂ-ਕਿਹੜੀਆਂ ਲਿਸਟਾਂ ਦਿੱਤੀਆਂ ਗਈਆਂ? ਇੱਕ ਦਿੱਤੀ ਗਈ ਹੈ ਜੀ ਸਾਡੀ ਸਟੇਟ ਲਿਸਟ, ਜਿਹਦੇ ਵਿੱਚ ਉਹ ਸਬਜੈਕਟਸ ਰੱਖੇ ਗਏ ਨੇ ਜਿਸ ਦੇ ਉੱਤੇ ਸਟੇਟ ਲਾਅ ਬਣਾਉਂਦੀ ਹੈ। ਸੈਕਿੰਡ ਹੈ ਜੀ ਸਾਡੀ ਕਨਕਰੈਂਟ ਲਿਸਟ। ਕਨਕਰੈਂਟ ਲਿਸਟ ਦੇ ਵਿੱਚ ਉਹ ਸਬਜੈਕਟ ਰੱਖੇ ਗਏ ਨੇ ਜਿਸ ਦੇ ਉੱਤੇ ਸਟੇਟ ਤੇ ਸਾਡੀ ਸੈਂਟਰ ਲਾਅ ਬਣਾਉਂਦੀ ਹੈ। ਤੇ ਤੀਸਰੀ ਹੈ ਸਾਡੀ ਯੂਨੀਅਨ ਲਿਸਟ। ਯੂਨੀਅਨ ਲਿਸਟ ਦੇ ਉੱਤੇ ਜੋ ਉਹ ਸਬਜੈਕਟ ਰੱਖੇ ਗਏ ਨੇ ਜਿਸ ਦੇ ਉੱਤੇ ਸੈਂਟਰ ਜਾਂ ਯੂਨੀਅਨ ਲਾਅ ਬਣਾਉਂਦੀ ਹੈ। ਬਟ ਜਿਹੜੇ ਸਬਜੈਕਟ ਨਾ ਹੀ ਸਟੇਟ ਲਿਸਟ, ਨਾ ਹੀ ਯੂਨੀਅਨ ਲਿਸਟ ਤੇ ਨਾ ਹੀ ਕਨਕਰੈਂਟ ਲਿਸਟ ਦੇ ਵਿੱਚ ਆਉਣ, ਉਹਨਾਂ ਸਬਜੈਕਟਸ ਨੂੰ ਕੀ ਕਿਹਾ ਜਾਂਦਾ ਹੈ, ਰੈਸੀਡਿਊਰੀ ਸਬਜੈਕਟ। ਕਹਿੰਦੇ ਉਹਨਾਂ ਸਬਜੈਕਟ ਦੇ ਉੱਤੇ ਲਾਅ ਬਣਾਉਣ ਦੀ ਜਿਹੜੀ ਪਾਵਰ ਹੈ ਉਹ ਕਿਸ ਨੂੰ ਦਿੱਤੀ ਗਈ ਹੈ। ਬਹੁਤ ਸਿੰਪਲ ਕੁਐਸਚਨ ਹੈ। ਦੇਖੋ ਜਿਹੜੀ ਮੇਨ ਪਾਵਰ ਹੁੰਦੀ ਹੈ ਉਹ ਕਿਹਦੇ ਕੋਲ ਹੁੰਦੀ ਹੈ, ਸੈਂਟਰ ਕੋਲ ਹੀ ਹੁੰਦੀ ਹੈ। ਸੋ ਜਿਹੜੇ ਸਬਜੈਕਟ ਤਿੰਨਾਂ ਲਿਸਟ ਦੇ ਵਿੱਚ ਨਹੀਂ ਦਿੱਤੇ ਜਾਂਦੇ ਉਹਨਾਂ ਦੇ ਉੱਤੇ ਜੋ ਲਾਅ ਬਣਾਉਣ ਦੀ ਪਾਵਰ ਹੁੰਦੀ ਹੈ, ਆਪਸ਼ਨ ਬੀ, ਉਹ ਹੁੰਦੀ ਹੈ ਜੀ ਸਾਡੀ ਸੈਂਟਰ ਗਵਰਨਮੈਂਟ ਕੋਲ। ਆਪਸ਼ਨ ਬੀ ਇਜ਼ ਅ ਰਾਈਟ ਆਨਸਰ। ਠੀਕ ਹੈ ਜੀ। ਅਗਰ ਪੁੱਛਿਆ ਜਾਵੇ ਜੋ ਲਿਸਟ ਨੇ ਉਹ ਕਿਸ ਸ਼ਡਿਊਲ ਦੇ ਵਿੱਚ ਦਿੱਤੀਆਂ ਗਈਆਂ, 7th ਸ਼ਡਿਊਲ ਆਫ ਕਨਸਟੀਟਿਊਸ਼ਨ। ਸੋ ਅੱਜ ਦੀ ਸੀਰੀਜ਼ ਦਾ ਸਾਡਾ 5th ਕੁਐਸਚਨ ਹੈ। ਕੁਐਸਚਨ ਕੀ ਕਰ ਰਿਹਾ, ਕਹਿੰਦੇ which of the following is not one of the ground for disqualification for being elected as member of parliament। ਕਹਿੰਦੇ ਪਾਰਲੀਮੈਂਟ ਦੇ ਜਿਹੜੇ ਮੈਂਬਰ ਬਣਦੇ ਨੇ ਨਾ, ਜਿਹੜੇ ਐਮਪੀਸ ਚੁਣੇ ਜਾਂਦੇ ਨੇ, ਕਹਿੰਦੇ ਉਹਨਾਂ ਨੂੰ ਕਿਸ ਬੇਸ ਦੇ ਉੱਤੇ ਡਿਸਕੁਆਲੀਫਾਈ ਨਹੀਂ ਕੀਤਾ ਜਾ ਸਕਦਾ। ਕਹਿੰਦੇ which of the following is not one of the ground for disqualification for being elected as member of ਰਾਜ ਸਭਾ। ਕਿ ਰਾਜ ਸਭਾ ਦਾ ਮੈਂਬਰ ਅਗਰ ਬਣਨਾ ਹੈ ਤੁਸੀਂ ਤਾਂ ਕਿਹੜੇ ਗਰਾਊਂਡ ਦੇ ਉੱਤੇ ਤੁਹਾਨੂੰ ਡਿਸਕੁਆਲੀਫਾਈ ਨਹੀਂ ਕੀਤਾ ਜਾ ਸਕਦਾ, ਤੁਹਾਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਸਿੰਪਲ ਪਤਾ ਹੋਣਾ ਚਾਹੀਦਾ ਹੈ ਕਿ ਪਾਰਲੀਮੈਂਟ ਦਾ ਮੈਂਬਰ ਬਣਨ ਦੇ ਲਈ ਕਿਹੜੀ-ਕਿਹੜੀ ਚੀਜ਼ ਤੁਸੀਂ, ਕਿਹੜੀ-ਕਿਹੜੀ ਕੁਆਲੀਫਿਕੇਸ਼ਨ ਤੁਹਾਨੂੰ ਚਾਹੀਦੀ ਹੈ। ਦੇਖੋ ਇਹਦੇ ਵਿੱਚ ਸਾਨੂੰ ਕੋਈ ਡਿਗਰੀ ਨਹੀਂ ਚਾਹੀਦੀ। ਸਭ ਤੋਂ ਪਹਿਲਾਂ ਅਸੀਂ ਇੰਡੀਆ ਦੇ ਕੀ ਹੋਣੇ ਚਾਹੀਦੇ ਆ, ਸਿਟੀਜ਼ਨ ਹੋਣੇ ਚਾਹੀਦੇ ਆ, ਫਸਟ ਚੀਜ਼। ਸੈਕਿੰਡ ਚੀਜ਼ ਕੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਤਰੀਕੇ ਦਾ ਵੀ ਪ੍ਰੋਫਿਟ ਆਫ ਆਫਿਸ ਹੋਲਡ ਨਹੀਂ ਕੀਤਾ ਹੋਣਾ ਚਾਹੀਦਾ। ਠੀਕ ਹੈ ਜੀ। ਇਸ ਤੋਂ ਇਲਾਵਾ ਅਗਰ ਅਸੀਂ ਲੋਕ ਸਭਾ ਦਾ ਮੈਂਬਰ ਬਣਨਾ ਹੈ ਤਾਂ 25 ਸਾਲ ਤੇ ਅਗਰ ਰਾਜ ਸਭਾ ਦਾ ਮੈਂਬਰ ਬਣਨਾ ਹੈ ਤਾਂ ਸਾਨੂੰ 30 ਸਾਲ ਉਮਰ ਦੇ ਕੀ ਕੀਤੇ ਹੋਣੇ ਚਾਹੀਦੇ ਨੇ, ਕੁਆਲੀਫਾਈ ਕੀਤੇ ਹੋਣੇ ਚਾਹੀਦੇ ਨੇ। ਹੁਣ ਇਹਨਾਂ ਦੇ ਵਿੱਚ ਦੇਖਦੇ ਆ ਕਿ ਕਿਹੜੀ-ਕਿਹੜੀ ਚੀਜ਼ ਹੈ, ਕਿਹੜਾ ਉਹ ਪਾਰਟ ਹੈ ਜਿਸ ਦੇ ਬੇਸ ਦੇ ਉੱਤੇ ਅਸੀਂ ਡਿਸਕੁਆਲੀਫਾਈ ਨਹੀਂ ਹੋ ਸਕਦੇ। ਫਸਟ ਸਟੇਟਮੈਂਟ ਹੈ, ਕਹਿੰਦੇ ਇਫ ਦ ਪਰਸਨ ਹੋਲਡ ਐਨ ਆਫਿਸ ਆਫ ਪ੍ਰੋਫਿਟ ਅੰਡਰ ਦ ਸਟੇਟ ਆਫ ਗਵਰਨਮੈਂਟ। ਬਿਲਕੁਲ ਸਹੀ ਜੀ। ਕਹਿੰਦੇ ਜੇਕਰ ਅਸੀਂ ਸਟੇਟ ਦੇ ਕਿਸੇ ਗਵਰਨਮੈਂਟ ਦੇ ਵਿੱਚ ਕਿਸੇ ਪ੍ਰੋਫਿਟ ਆਫ ਆਫਿਸ ਨੂੰ ਹੋਲਡ ਕੀਤਾ ਹੋਇਆ ਤਾਂ ਅਸੀਂ ਕੀ ਹੋ ਸਕਦੇ ਆ, ਡਿਸਕੁਆਲੀਫਾਈ ਹੋ ਸਕਦੇ ਆ। ਸੋ ਪਹਿਲੀ ਸਟੇਟਮੈਂਟ ਦੇ ਬੇਸ ਦੇ ਉੱਤੇ ਅਸੀਂ ਕੀ ਹੋ ਸਕਦੇ ਆ, ਡਿਸਕੁਆਲੀਫਾਈ ਹੋ ਸਕਦੇ ਆ। ਸੈਕਿੰਡ ਹੈ, ਕਹਿੰਦੇ ਇਫ ਦ ਪਰਸਨ ਹੈਵ ਵਲੰਟਰਲੀ ਐਕਵਾਇਰਡ ਸਿਟੀਜ਼ਨਸ਼ਿਪ ਆਫ ਫੋਰਨ ਸਟੇਟ। ਪਹਿਲਾਂ ਮੈਂ ਕਿਹਾ ਕਿ ਅਗਰ ਅਸੀਂ ਸਾਡੀ ਪਾਰਲੀਮੈਂਟ ਦਾ ਮੈਂਬਰ ਬਣਨਾ ਹੈ ਤਾਂ ਅਸੀਂ ਕੀ ਹੋਣੇ ਚਾਹੀਦੇ ਆ, ਸਾਡੇ ਕੋਲ ਇੰਡੀਆ ਦੀ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ। ਜੇ ਅਸੀਂ ਫੋਰਨ ਦੀ ਸਿਟੀਜ਼ਨਸ਼ਿਪ ਨੂੰ ਐਕਵਾਇਰ ਕਰ ਲਈਏ ਤਾਂ ਅਸੀਂ ਕੀ ਕੀਤੇ ਜਾ ਸਕਦੇ ਆ, ਡਿਸਕੁਆਲੀਫਾਈ ਕੀਤੇ ਜਾ ਸਕਦੇ ਆ। ਨੈਕਸਟ ਹੈ, ਕਹਿੰਦੇ ਇਫ ਅ ਪਰਸਨ ਇਜ਼ ਡਿਸਕੁਆਲੀਫਾਈਡ ਅੰਡਰ 10th ਸ਼ਡਿਊਲ। ਬਿਲਕੁਲ ਸਹੀ। ਕਹਿੰਦੇ ਅਸੀਂ 10th ਸ਼ਡਿਊਲ ਦੇ ਅੰਡਰ ਵੀ ਡਿਸਕੁਆਲੀਫਾਈ ਕੀਤੇ ਜਾ ਸਕਦੇ ਆ। ਹੁਣ 10th ਸ਼ਡਿਊਲ ਕੀ ਸੀ, ਜਿਸ ਨੂੰ 52nd ਅਮੈਂਡਮੈਂਟ ਦੇ ਨਾਲ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ ਸੀ। what was a 10th ਸ਼ਡਿਊਲ? 10th ਸ਼ਡਿਊਲ ਸੀ ਐਂਟੀ ਡਿਫੈਕਸ਼ਨ ਲਾਅ, ਕਿ ਜਿਹੜਾ ਬੰਦਾ, ਜਿਹੜਾ ਮੈਂਬਰ ਆਪਣੀ ਪਾਰਟੀਜ਼ ਨੂੰ ਹੀ ਬਦਲੀ ਜਾਵੇ, ਕਦੇ ਇਹ ਪਾਰਟੀ 'ਚ ਕਦੇ ਉਹ ਪਾਰਟੀ 'ਚ, ਠੀਕ ਹੈ, ਜਿਹਦਾ ਕੋਈ ਸਟੈਂਡ ਨਹੀਂ ਹੈ, ਉਹਨੂੰ ਵੀ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ ਅੰਡਰ
ਸ਼ਡਿਊਲ 10th ਬਿਲਕੁਲ ਸਹੀ, ਇਸ ਦੇ ਬੇਸ ਦੇ ਉੱਤੇ ਵੀ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ। ਨੈਕਸਟ ਹੈ ਕਹਿੰਦੇ ਇਫ the person has had and detained under the prevention detention law, ਜੀ ਅਸੀਂ ਪ੍ਰੀਵੈਂਸ਼ਨ ਡਿਟੈਂਸ਼ਨ ਲਾਅ ਦੇ ਅੰਡਰ ਸਾਨੂੰ ਕੀ ਨਹੀਂ ਕੀਤਾ ਜਾ ਸਕਦਾ, ਡਿਸਕੁਆਲੀਫਾਈ ਨਹੀਂ ਕੀਤਾ ਜਾ ਸਕਦਾ। ਸੋ ਆਪਸ਼ਨ ਬੀ ਇਜ਼ ਅ ਰਾਈਟ ਆਨਸਰ। ਕੁਐਸਚਨ ਕੀ ਸੀ ਕਿ ਕਿਸ ਬੇਸ ਦੇ ਉੱਤੇ ਸਾਨੂੰ ਪਾਰਲੀਮੈਂਟ ਦਾ ਮੈਂਬਰ ਬਣਨ ਦੇ ਲਈ ਡਿਸਕੁਆਲੀਫਾਈ ਨਹੀਂ ਕੀਤਾ ਜਾ ਸਕਦਾ, ਤਾਂ ਸਿਰਫ ਸਟੇਟਮੈਂਟ ਅਪਲਾਈ ਹੁੰਦੀ ਹੈ ਜੀ 4th, ਜਿਸ ਦੇ ਬੇਸ ਦੇ ਉੱਤੇ ਸਾਨੂੰ ਡਿਸਕੁਆਲੀਫਾਈ ਨਹੀਂ ਕੀਤਾ ਜਾ ਸਕਦਾ। ਸੋ ਸਾਡਾ ਨੈਕਸਟ ਕੁਐਸਚਨ ਹੈ ਜੀ, ਕੁਐਸਚਨ ਕੀ ਪੁੱਛਿਆ ਗਿਆ ਹੈ ਅੱਜ ਦੀ ਸੀਰੀਜ਼ ਦਾ 6th ਕੁਐਸਚਨ ਹੈ, ਕਹਿੰਦੇ the provision for establishment of Supreme Court of Calcutta was made in which act? ਦੇਖੋ ਜਿੰਨੇ ਵੀ ਮੈਂ ਐਡੀਸ਼ਨਲ ਫੈਕਟਸ ਲਿਖਾਣੀ ਆ ਉਹ ਤੁਹਾਡੇ ਐਗਜ਼ਾਮ ਪੁਆਇੰਟ ਆਫ View ਨਾਲ ਇੰਪੋਰਟੈਂਟ ਹੈ। ਇਹ ਸੀਰੀਜ਼ ਦਾ ਮਕਸਦ ਕੀ ਹੈ ਕਿ MCQs ਦੇ ਥਰੂ ਤੁਹਾਨੂੰ ਪੂਰੀ ਦੀ ਪੂਰੀ ਪੋਲਿਟੀ ਰਿਵਾਈਜ਼ ਕਰਵਾ ਦਿੱਤੀ ਜਾਵੇ, ਠੀਕ ਹੈ ਜੀ। ਕੁਐਸਚਨ ਕੀ ਪੁੱਛਿਆ ਗਿਆ ਹੈ ਕਿ ਦੇਖੋ ਮੈਂ ਆਲਰੇਡੀ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਪਹਿਲੀ ਵਾਰ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਬਣਾਉਣ ਦੀ ਪ੍ਰੋਵੀਜ਼ਨ ਕਦੋਂ ਦਿੱਤੀ ਗਈ ਸੀ, ਠੀਕ ਹੈ ਜੀ। ਮੈਂ ਕੱਲ ਹੀ ਕਰਵਾਇਆ ਸੀ ਕਿ ਪਹਿਲੀ ਵਾਰ ਸੁਪਰੀਮ ਕੋਰਟ ਬਣਾਉਣ ਦੀ the provision of establishment of Supreme Court of Calcutta was made। ਇਹ ਵੀ ਪਤਾ ਲੱਗ ਗਿਆ ਹੋਵੇਗਾ ਕਿ ਪਹਿਲੀ ਵਾਰ ਸੁਪਰੀਮ ਕੋਰਟ ਕਿੱਥੇ ਬਣਾਇਆ ਜਾਣਾ ਸੀ, ਕਲਕੱਤਾ ਦੇ ਵਿੱਚ। ਕਲਕੱਤਾ ਦੇ ਵਿੱਚ ਕਿੱਥੇ ਬਣਾਇਆ ਜਾਣਾ ਸੀ, ਬਿਕਾਜ਼ ਕਲਕੱਤਾ ਵਾਜ਼ ਅ ਪ੍ਰੈਜ਼ੀਡੈਂਸੀ ਟਾਊਨ, ਠੀਕ ਹੈ। ਤੇ ਕਲਕੱਤਾ ਦੇ ਵਿੱਚ ਵਿਲੀਅਮ ਫੋਰਟ ਦੇ ਵਿੱਚ, ਠੀਕ ਹੈ ਜੀ, ਕਿੱਥੇ ਵਿਲੀਅਮ ਫੋਰਟ ਦੇ ਵਿੱਚ ਸੁਪਰੀਮ ਕੋਰਟ ਬਣਾਉਣ ਦੀ ਪ੍ਰੋਵੀਜ਼ਨ ਦਿੱਤੀ ਗਈ ਸੀ। ਕਿਸ ਐਕਟ ਦੇ ਵਿੱਚ ਦਿੱਤੀ ਗਈ ਸੀ, ਇਹ ਦਿੱਤੀ ਗਈ ਸੀ ਜੀ ਆਪਸ਼ਨ ਏ ਰੈਗੂਲੇਟਿੰਗ ਐਕਟ 1773, ਠੀਕ ਹੈ ਜੀ। ਕਿਸ ਐਕਟ ਦੇ ਅਧੀਨ ਦਿੱਤੀ ਗਈ ਸੀ, ਰੈਗੂਲੇਟਿੰਗ ਐਕਟ 1773। ਇਸ ਤੋਂ ਇਲਾਵਾ ਇੱਕ ਤਾਂ ਦੇਖੋ ਸੁਪਰੀਮ ਕੋਰਟ ਬਾਰੇ ਗੱਲ ਕੀਤੀ ਗਈ ਸੀ ਰੈਗੂਲੇਟਿੰਗ ਐਕਟ ਦੇ ਵਿੱਚ, ਇੱਕ ਵਾਰ ਇਸ ਤੋਂ ਇਲਾਵਾ ਰੈਗੂਲੇਟਿੰਗ ਐਕਟ ਦੇ ਵਿੱਚ ਕੀ ਹੋਇਆ ਸੀ ਕਿ ਗਵਰਨਰ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਬੰਗਾਲ ਬਣਾ ਦਿੱਤਾ ਗਿਆ ਸੀ। ਹੂ ਵਾਸ ਦ ਫਸਟ ਗਵਰਨਰ ਜਨਰਲ ਆਫ ਬੰਗਾਲ, ਤਾਂ ਆਨਸਰ ਹੋਏਗਾ ਵਾਰਨ ਹਾਸਟਿੰਗ। ਕੌਣ ਬਣੇ ਸਨ, ਵਾਰਨ ਹਾਸਟਿੰਗ ਬਣੇ ਸਨ। ਇਸ ਤੋਂ ਬਾਅਦ ਹੁੰਦਾ ਜੀ ਗਵਰਨਮੈਂਟ ਆਫ ਇੰਡੀਆ, ਇਸ ਤੋਂ ਬਾਅਦ ਆਂਦਾ ਹੈ ਜੀ ਸਾਡਾ ਚਾਰਟਰ ਐਕਟ 1833 ਵਾਲਾ। ਉਸ ਦੇ ਵਿੱਚ ਕੀ ਕਿਹਾ ਗਿਆ ਸੀ ਕਿ ਗਵਰਨਰ ਜਨਰਲ ਆਫ ਬੰਗਾਲ ਨੂੰ ਕੀ ਕਿਹਾ ਜਾਏਗਾ, ਗਵਰਨਰ ਜਨਰਲ ਆਫ ਇੰਡੀਆ। ਤਾਂ ਪਹਿਲੇ ਗਵਰਨਰ ਜਨਰਲ ਆਫ ਇੰਡੀਆ ਕੌਣ ਬਣੇ ਸਨ, ਤਾਂ ਉਹ ਬਣੇ ਸਨ ਸਾਡੇ ਵਿਲੀਅਮ ਬੈਂਟਿਕ। ਕੌਣ ਬਣੇ ਸਨ, ਵਿਲੀਅਮ ਬੈਂਟਿਕ। ਫਿਰ ਆਂਦਾ ਜੀ ਸਾਡਾ ਗਵਰਨਮੈਂਟ ਆਫ ਇੰਡੀਆ ਐਕਟ 1858, ਤੇ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਗਵਰਨਰ ਜਨਰਲ ਆਫ ਇੰਡੀਆ ਨੂੰ ਕੀ ਕਿਹਾ ਜਾਏਗਾ, ਵਾਇਸਰॉय। ਤੇ ਸਾਡੇ ਪਹਿਲੇ ਵਾਇਸਰॉय ਕੌਣ ਬਣੇ ਸਨ, ਤਾਂ ਆਨਸਰ ਹੋਏਗਾ ਲਾਰਡ ਕੈਨਿੰਗ। ਕੌਣ ਬਣੇ ਸਨ, ਲਾਰਡ ਕੈਨਿੰਗ ਬਣੇ ਸਨ। ਕਲੀਅਰ ਹੈ ਜੀ। ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਚਾਰਟਰ ਐਕਟ 1813 ਦੇ ਵਿੱਚ ਕੀ ਹੋਇਆ ਸੀ, ਇੱਕ ਤਾਂ 1813 ਵਾਲੇ ਚਾਰਟਰ ਐਕਟ ਦੇ ਵਿੱਚ ਕਿਹਾ ਗਿਆ ਸੀ ਕਿ 1 ਲੱਖ ਰੁਪਇਆ ਇਨਵੈਸਟ ਕੀਤਾ ਜਾਏਗਾ ਇੰਡੀਆ ਦੀ ਐਜੂਕੇਸ਼ਨ ਦੇ ਉੱਤੇ, ਠੀਕ ਹੈ ਜੀ, ਕਿ ਇੰਡੀਆ ਦੀ ਐਜੂਕੇਸ਼ਨ ਦੇ ਉੱਤੇ 1 ਲੱਖ ਰੁਪਇਆ ਇਨਵੈਸਟ ਕੀਤਾ ਜਾਏਗਾ। ਸੈਕਿੰਡ ਚੀਜ਼ ਕੀ ਕਹੀ ਗਈ ਸੀ, ਇਸ ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਕੋਲੋਂ ਇੰਡੀਆ ਦੇ ਵਿੱਚ ਟ੍ਰੇਡ ਕਰਨ ਦੀ ਮੋਨੋਪੋਲੀ ਖੋਹ ਲਈ ਗਈ ਸੀ, ਠੀਕ ਹੈ ਜੀ, ਮੋਨੋਪੋਲੀ ਖੋਹ ਲਈ ਗਈ ਸੀ ਟ੍ਰੇਡ ਕਰਨ ਦੀ। ਜਸਟ ਟੀ ਦਾ ਟ੍ਰੇਡ ਚੱਲਦਾ ਸੀ ਜੋ ਉਹਦਾ ਚਾਈਨਾ ਦੇ ਨਾਲ, ਉਸ ਦੀ ਮੋਨੋਪੋਲੀ ਰਹਿ ਗਈ ਸੀ, ਬਾਕੀ ਸਾਰੀ ਮੋਨੋਪੋਲੀ ਖੋਹ ਲਈ ਗਈ ਸੀ। 1833 ਐਕਟ ਦੇ ਵਿੱਚ ਚਾਈਨਾ ਦੇ ਨਾਲ ਟ੍ਰੇਡ ਕਰਨ ਦੀ ਮੋਨੋਪੋਲੀ ਵੀ ਖੋਹ ਲਈ ਗਈ ਸੀ, ਠੀਕ ਹੈ ਜੀ। ਸੋ ਆਪਾਂ ਪਿਟਸ ਇੰਡੀਆ ਐਕਟ ਦੇ ਵਿੱਚ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਪਿਟਸ ਇੰਡੀਆ ਐਕਟ 1784 ਦੇ ਵਿੱਚ ਲਾਸਟ ਲੈਕਚਰ ਦੇ ਵਿੱਚ ਮੈਂ ਪੜ੍ਹਾਇਆ ਸੀ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਫਾਈਨੈਂਸ਼ੀਅਲ ਤੇ ਪੋਲੀਟੀਕਲ ਤੇ ਕਮਰਸ਼ੀਅਲ ਸਿਸਟਮ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ ਸੀ। ਸੋ ਨੈਕਸਟ ਕੁਐਸਚਨ ਹੈ 7th ਕੁਐਸਚਨ ਹੈ ਸਾਡੀ ਅੱਜ ਦੀ ਸੀਰੀਜ਼ ਦਾ। ਜਿੰਨੇ ਵੀ ਐਡੀਸ਼ਨਲ ਫੈਕਟਸ ਨੇ ਰਾਈਟ ਡਾਊਨ ਕਰਦੇ ਜਾਓ ਜੋ ਕਿ ਤੁਹਾਡੇ ਐਗਜ਼ਾਮ ਪੁਆਇੰਟ ਆਫ View ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਸੋ ਅਗਰ ਤੁਹਾਨੂੰ ਸੀਰੀਜ਼ ਪਸੰਦ ਆਉਂਦੀ ਹੈ ਤਾਂ ਸੀਰੀਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਅਸੀਂ ਵੱਧ ਤੋਂ ਵੱਧ ਤੁਹਾਡੇ ਲਈ ਹੋਰ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਵਾਈਏ ਤੇ ਅੱਗੇ ਸੀਰੀਜ਼ ਤਾਂ ਹੀ ਆਉਣਗੀਆਂ ਜੇ ਤੁਸੀਂ ਇਸ ਸੀਰੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਕਰੋਗੇ।
7th question है कहते which act extended the principle of communal representation by providing separate electorate for depressed classes। देखो सब ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾ ਜਿਹੜਾ ਸੈਪਰੇਟ ਇਲੈਕਟੋਰੇਟ ਹੈ ਉਹ ਕਿਸ ਨੂੰ ਦਿੱਤਾ ਗਿਆ ਸੀ, ਤਾਂ ਪਤਾ ਹੋਣਾ ਚਾਹੀਦਾ ਕਿ ਮੁਸਲਿਮ ਲੀਗ ਨੂੰ। ਠੀਕ ਹੈ, ਸਭ ਤੋਂ ਪਹਿਲਾਂ ਮੁਸਲਿਮ ਲੀਗ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ ਗਿਆ ਸੀ। क्वेश्चन की पूछा गया है कि डिप्रेस्ड क्लासेस ਨੂੰ ਸੈਪਰੇਟ ਇਲੈਕਟੋਰੇਟ ਕਦੋਂ ਐਕਸਟੈਂਡ ਕੀਤਾ ਗਿਆ ਸੀ, ਕਦੋਂ ਦਿੱਤਾ ਗਿਆ ਸੀ, ਤੇ ਇਸ ਕੁਐਸਚਨ ਦਾ ਆਨਸਰ ਹੈ ਜੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ। ਇਹ ਕੁਐਸਚਨ ਬਹੁਤ ਵਾਰ ਪੁੱਛੇ ਜਾਂਦੇ ਨੇ। ਤੇ ਮੁਸਲਿਮ ਲੀਗ ਨੂੰ ਸੈਪਰੇਟ ਇਲੈਕਟੋਰੇਟ ਕਦੋਂ ਦਿੱਤਾ ਗਿਆ ਸੀ? ਗਵਰਨਮੈਂਟ ਆਫ ਇੰਡੀਆ ਐਕਟ 1909 1909 ਵਾਲੇ ਦੇ ਵਿੱਚ ਮਿੰਟੋ ਮੋਰਲੇ ਰਿਫਾਰਮਸ ਆਈਆਂ ਸੀ। ਗਵਰਨਮੈਂਟ ਆਫ ਇੰਡੀਆ ਐਕਟ 1909 ਨੂੰ ਕੀ ਕਿਹਾ ਜਾਂਦਾ ਹੈ? ਮਿੰਟੋ ਮੋਰਲੇ ਰਿਫਾਰਮਸ। ਠੀਕ ਹੈ, ਮਿੰਟੋ ਮੋਰਲੇ ਰਿਫਾਰਮ 1919 ਦੇ ਵਿੱਚ ਕੀ ਦਿੱਤਾ ਗਿਆ ਸੀ? 1909 ਦੇ ਵਿੱਚ ਮੁਸਲਿਮ ਲੀਗ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ ਗਿਆ ਸੀ। ਮੁਸਲਿਮ ਲੀਗ ਬਣੀ ਕਦੋਂ ਸੀ? 1906 ਢਾਕਾ ਦੇ ਵਿੱਚ। ਠੀਕ ਹੈ ਜੀ, ਢਾਕਾ ਦੇ ਵਿੱਚ ਬਣੀ ਸੀ ਸਾਡੀ ਮੁਸਲਿਮ ਲੀਗ 1906 ਦੇ ਵਿੱਚ। ਸੋ ਇਸ ਤੋਂ ਇਲਾਵਾ ਗਵਰਨਮੈਂਟ ਆਫ ਇੰਡੀਆ ਐਕਟ ਕੀ ਹੈ ਸਾਡਾ 1935? ਇਹ ਅੱਜ ਦੇ ਕਨਸਟੀਟਿਊਸ਼ਨ ਦਾ, ਅੱਜ ਦੇ ਸੰਵਿਧਾਨ ਦਾ ਪਿੰਜਰ ਸਕੈਲਟਨ ਹੈ। ਇਸ ਦੇ ਵਿੱਚ ਫੈਡਰਲ ਕੋਰਟ ਬਣਿਆ ਸੀ। ਠੀਕ ਹੈ ਜੀ, ਫੈਡਰਲ ਕੋਰਟ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਬਣਿਆ ਸੀ, ਜੋ 1950 ਦੇ ਵਿੱਚ ਸਾਡਾ ਅੱਜ ਦਾ ਸੁਪਰੀਮ ਕੋਰਟ ਬਣਿਆ ਹੋਇਆ। ਠੀਕ ਹੈ, ਇਸ ਤੋਂ ਇਲਾਵਾ ਫੈਡਰਲ ਬੈਂਕ ਵੀ ਕਦੋਂ ਬਣਿਆ ਸੀ? ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ। ਤੇ ਫੈਡਰਲ ਬੈਂਕ ਕਿਹੜਾ ਜੀ? ਸਾਡਾ ਆਰਬੀਆਈ। ਠੀਕ ਹੈ, ਆਰਬੀਆਈ। ਇਸ ਤੋਂ ਇਲਾਵਾ ਬਾਈ ਕੈਮਰਲ ਨੂੰ ਇੰਪਲੀਮੈਂਟ ਕਦੋਂ ਕੀਤਾ ਗਿਆ ਸੀ? ਗਵਰਨਮੈਂਟ ਆਫ ਇੰਡੀਆ ਐਕਟ 1935। ਬਟ ਬਾਈ ਕੈਮਰਲਿਜ਼ਮ ਦੀ ਗੱਲ ਕਦੋਂ ਕੀਤੀ ਗਈ ਸੀ? ਪਹਿਲੀ ਵਾਰ ਗੱਲ ਕੀਤੀ ਗਈ ਸੀ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ। ਗਵਰਨਮੈਂਟ ਆਫ ਇੰਡੀਆ ਐਕਟ 1919 ਨੂੰ ਕੀ ਕਿਹਾ ਜਾਂਦਾ ਹੈ? ਮੌਂਟੇਗਿਓ ਚੈਮਸਫੋਰਡ ਰਿਫਾਰਮ। ਠੀਕ ਹੈ, ਮੌਂਟੇਗਿਓ ਚੈਮਸਫੋਰਡ ਰਿਫਾਰਮ ਕਿਹਾ ਜਾਂਦਾ ਹੈ ਗਵਰਨਮੈਂਟ ਆਫ ਇੰਡੀਆ ਐਕਟ 1919 ਨੂੰ। ਤੇ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਰਿਫਾਰਮਸ ਕਰਨ ਦੇ ਲਈ 10 ਸਾਲਾਂ ਬਾਅਦ ਕੌਣ ਆਇਆ ਸੀ? ਸਾਈਮਨ ਕਮਿਸ਼ਨ। ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਕਦੋਂ ਆਇਆ ਸੀ? 1928 ਦੇ ਵਿੱਚ। ਸਾਈਮਨ ਕਮਿਸ਼ਨ ਇੰਡੀਆ ਦੇ ਵਿੱਚ ਕੀ ਕਰਨ ਆਇਆ ਸੀ? ਕਨਸਟੀਟਿਊਸ਼ਨਲ ਰਿਫਾਰਮਸ ਕਰਨ ਦੇ ਲਈ। ਠੀਕ ਹੈ ਜੀ, ਸੋ ਇੰਪੋਰਟੈਂਟ ਚੀਜ਼ਾਂ ਨੇ, ਲਿਖਦੇ ਜਾਣਾ ਨਾਲ ਦੀ ਨਾਲ। ਆਈ ਡੋਂਟ ਥਿੰਕ ਸੋ ਅਗਰ ਤੁਸੀਂ ਇਹਨਾਂ ਨੂੰ ਐਡੀਸ਼ਨਲ ਫੈਕਟਸ ਨੂੰ ਨਹੀਂ ਲਿਖਦੇ ਤਾਂ ਤੁਹਾਨੂੰ ਅੱਛੇ ਤਰੀਕੇ ਦੇ ਨਾਲ ਪੋਲਿਟੀ ਕਲੀਅਰ ਨਹੀਂ ਹੋਏਗੀ। ਤੇ ਅਗਰ ਤੁਸੀਂ ਇਹ ਸੀਰੀਜ਼ ਨੂੰ ਪੂਰੀ ਸੀਰੀਜ਼ ਨੂੰ ਦੇਖਦੇ ਹੋ ਤਾਂ ਤੁਹਾਡੀ ਪ੍ਰੋਪਰਲੀ ਇੱਕ ਤਰੀਕੇ ਨਾਲ ਪੋਲਿਟੀ ਕੀ ਹੋ ਜਾਏਗੀ? ਰਿਵਾਈਜ਼ ਹੋ ਜਾਏਗੀ। नेक्स्ट क्वेश्चन है कहते अंडर विच आर्टिकल ऑफ इंडियन कॉन्स्टिट्यूशन पंचायत्स वर गिवन कॉन्स्टिट्यूशनल स्टेटस। कहते किस आर्टिकल दे नाल पंचायत्स नू कॉन्स्टिट्यूशनल संविधानिक स्टेटस मिलिया सी। ये मैं ऑलरेडी पिछली क्लासेस दे विच दस चुकी हाँ कि किस अमेंडमेंट दे नाल मिलिया सी। सब तो पहला तुहानू पता होना चाहिए कि पंचायत दे रिगार्डिंग जिन्ने भी फैक्ट्स ने तुहानू पता होने चाहिए ने। सब तो पहला पंचायत की गल किस आर्टिकल के अंडर की गई है? आर्टिकल 40 दे विच। अंडर आर्टिकल 40 किस दे विच आउंदा है? डीपीएसपी दे विच, डायरेक्टिव प्रिंसीपल स्टेट पॉलिसी। डीपीएसपी केड़े आर्टिकल्स नू कवर करदा है? 36 तो लैके 51 आर्टिकल तक। डीपीएसपी असीं किस कंट्री तो अडॉप्ट कीते ने? एरिश कंट्री तो अडॉप्ट कीते ने। सो पंचायत की गल किस शेड्यूल दे विच कीती गई है? 11th शेड्यूल दे विच कीती गई है। 11th शेड्यूल दे विच किहदी गल कीती गई है? पंचायत्स दी। ते पंचायत्स नू जिहड़ा कॉन्स्टिट्यूशनल स्टेटस मिलिया है वो किस आर्टिकल दे अंडर मिलिया है? आर्टिकल सी और सॉरी ऑप्शन सी आर्टिकल 243। सो आर्टिकल 243 ए तो लैके आर्टिकल 243 ओ तक गल कीती गई है किसदी? साडे पंचायत्स दी। ते आर्टिकल 243 दे विच पंचायत्स दी की दित्ती गई है? डेफिनेशन दित्ती गई है। वैसे तो मैं करवाउण नूं तुहानूं आर्टिकल 243 ए तो लैके ओ तक करवा सकदी हां। ऑलरेडी मैं करवाए हुए ने प्लेलिस्ट दे विच जाके ट्रिक्स वाली वीडियोस नूं तुसीं देख सकदे हो।
ਇਸ ਤੋਂ ਇਲਾਵਾ ਸਾਡੇ ਪੰਚਾਇਤ ਨੂੰ ਕਿਸ ਅਮੈਂਡਮੈਂਟ ਦੇ ਨਾਲ, ਕਿਸ ਸੰਵਿਧਾਨਿਕ ਸੋਧ ਦੇ ਨਾਲ ਕਨਸਟੀਟਿਊਸ਼ਨਲ ਸਟੇਟਸ ਮਿਲਿਆ ਸੀ? 73rd ਅਮੈਂਡਮੈਂਟ ਹੋਈ ਸੀ ਸਾਡੀ ਕਦੋਂ? 1992 ਦੇ ਵਿੱਚ। ਠੀਕ ਹੈ ਜੀ। ਪਹਿਲੀ ਵਾਰ ਸਾਡੀ ਜਿਹੜੀ ਪੰਚਾਇਤ ਸੀ ਉਹ ਕਦੋਂ ਬਣੀ ਸੀ? 1959 ਦੇ ਵਿੱਚ। ਕਿੱਥੇ? ਰਾਜਸਥਾਨ ਦੇ ਵਿੱਚ। ਠੀਕ ਹੈ, ਕਿੱਥੇ ਬਣੀ ਸੀ? ਰਾਜਸਥਾਨ ਦੇ ਵਿੱਚ ਪਹਿਲੀ ਪੰਚਾਇਤ 2 ਅਕਤੂਬਰ ਨੂੰ ਬਣੀ ਸੀ। ਅਗਰ ਪੰਚਾਇਤ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਲਈ ਅਲੱਗ-ਅਲੱਗ ਕਮੇਟੀਆਂ ਆਈ ਸੀ। ਕਿਹੜੀ-ਕਿਹੜੀ ਕਮੇਟੀਆਂ ਆਈ ਸੀ? ਬਲਵੰਤ ਰਾਏ ਮਹਿਤਾ ਕਮੇਟੀ। ਠੀਕ ਹੈ, ਬਲਵੰਤ ਰਾਏ ਮਹਿਤਾ ਕਮੇਟੀ, ਜਿਸਨੇ ਕੀ ਕਿਹਾ ਸੀ? 3 ਟਾਇਰ ਕਮੇਟੀ ਪੰਚਾਇਤ ਦਿੱਤੀ ਸੀ। ਬਲਵੰਤ ਰਾਏ ਮਹਿਤਾ ਕਮੇਟੀ, ਅਸ਼ੋਕ ਕਮੇਟੀ, ਲੰਗਸਵੀ ਕਮੇਟੀ। ਠੀਕ ਹੈ, ਸੋ ਇਹ ਸਾਰੀਆਂ ਕਮੇਟੀਆਂ ਆਈਆਂ ਸੀ। ਕਿਹਦੇ ਲਈ ਆਈਆਂ ਸੀ? ਇਹ ਪੰਚਾਇਤ ਦੀ ਰეკਮੈਂਡੇਸ਼ਨ ਦੇਣ ਦੇ ਲਈ ਆਇਆ ਸੀ। ਐਲ ਸਿੰਘਵੀ ਕਮੇਟੀ। ਠੀਕ ਹੈ, ਐਲ ਸਿੰਘਵੀ ਕਮੇਟੀ ਆਈ ਸੀ, ਅਸ਼ੋਕ ਮਹਿਤਾ ਕਮੇਟੀ ਆਈ ਸੀ, ਬਲਵੰਤ ਰਾਏ ਕਮੇਟੀ ਆਈ ਸੀ। ਸੋ ਅੱਜ ਜਿਹੜਾ ਕੰਮ ਚੱਲਦਾ ਉਹ ਬਲਵੰਤ ਰਾਏ ਮਹਿਤਾ ਕਮੇਟੀ ਦੇ ਅਕੋਰਡਿੰਗ ਹੀ ਚੱਲਦਾ ਹੈ, 3 ਟਾਇਰ ਕਮੇਟੀ। ਨੈਕਸਟ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕੁਐਸਚਨ ਹੈ। ਕੁਐਸਚਨ ਕੀ ਹੈ? ਕਹਿੰਦੇ the original constitution of India had included 40 languages in 8th schedule of the following was 15th language to be included in this schedule। ਸਭ ਨੂੰ ਪਤਾ ਹੈ ਕੁਐਸਚਨ ਕੀ ਹੈ, ਦੇਖिए ਸਭ ਨੂੰ ਪਤਾ ਹੈ ਕਿ 8th ਸ਼ਡਿਊਲ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ 8ਵੇਂ ਸ਼ਡਿਊਲ ਦੇ ਵਿੱਚ ਅਫੀਸ਼ੀਅਲ ਲੈਂਗੁਏजेस ਦੀ ਗੱਲ ਕੀਤੀ ਗਈ ਹੈ। ਕਿਹਦੀ? ਅਫੀਸ਼ੀਅਲ ਲੈਂਗੁਏजेस ਦੀ। ਜਦੋਂ ਫਸਟਲੀ 8 ਸ਼ਡਿਊਲ ਬਣਾਇਆ ਸੀ ਤਾਂ ਉਹਦੇ ਵਿੱਚ ਸਿਰਫ 14 ਲੈਂਗੁਏजेस ਰੱਖੀਆਂ ਗਈਆਂ ਸੀ। ਕਿੰਨੀਆਂ? 14 ਅਫੀਸ਼ੀਅਲ ਲੈਂਗੁਏजेस। ਬਟ ਜੇ ਅੱਜ ਦੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਾਡੇ ਕੋਲ ਕਿੰਨੀਆਂ ਨੇ? 22 ਅਫੀਸ਼ੀਅਲ ਲੈਂਗੁਏजेस ਨੇ। ਕਿੰਨੀਆਂ? 22। ਜਦੋਂ ਪੁੱਛਿਆ ਗਿਆ ਕਿ 14 ਅਫੀਸ਼ੀਅਲ ਲੈਂਗੁਏजेस ਬਣੀਆਂ ਸੀ ਤਾਂ 15ਵੀਂ ਅਫੀਸ਼ੀਅਲ ਲੈਂਗੁਏਜ ਕਿਹੜੀ ਸੀ? ਤਾਂ ਇਸ ਕੁਐਸਚਨ ਦਾ ਆਨਸਰ ਹੋਏਗਾ, ਦੇਖੋ ਜਦੋਂ ਬਣਿਆ ਸੀ ਸਾਡਾ ਸੰਵਿਧਾਨ ਉਦੋਂ ਸਿਰਫ 14 ਅਫੀਸ਼ੀਅਲ ਲੈਂਗੁਏजेस ਸੀ, ਬਟ 15ਵੀਂ ਅਫੀਸ਼ੀਅਲ ਲੈਂਗੁਏਜ ਕਿਹੜੀ ਬਣੀ ਸੀ? ਆਪਸ਼ਨ ਸੀ, ਸਿੰਧੀ ਲੈਂਗੁਏਜ। ਠੀਕ ਹੈ ਜੀ, ਸਿੰਧੀ ਲੈਂਗੁਏਜ ਕਿਹੜੀ ਬਣੀ ਸੀ? 15th ਅਫੀਸ਼ੀਅਲ ਲੈਂਗੁਏजेस ਬਣੀ ਸੀ। ਤੇ ਕਿਹੜੀ ਅਮੈਂਡਮੈਂਟ ਦੇ ਨਾਲ ਐਡ ਕੀਤੀ ਗਈ ਸੀ 8th ਸ਼ਡਿਊਲ ਦੇ ਵਿੱਚ? 21st ਅਮੈਂਡਮੈਂਟ 1967। ਸੋ 1967 ਦੇ ਵਿੱਚ 21ਵੀਂ ਅਮੈਂਡਮੈਂਟ ਦੇ ਨਾਲ 15ਵੀਂ ਲੈਂਗੁਏਜ ਕਿਹੜੀ ਐਡ ਕੀਤੀ ਗਈ ਸੀ? ਸਿੰਧੀ ਲੈਂਗੁਏਜ। ਤਾਂ 16ਵੀਂ 17ਵੀਂ ਤੇ 18ਵੀਂ ਲੈਂਗੁਏਜ ਕਦੋਂ, ਅਫੀਸ਼ੀਅਲ ਲੈਂਗੁਏਜ ਕਦੋਂ ਐਡ ਕੀਤੀ ਗਈ ਸੀ? 71st ਅਮੈਂਡਮੈਂਟ ਜੋ ਕਦੋਂ ਹੋਈ ਸੀ? 1992 ਦੇ ਵਿੱਚ। ਤੇ ਉਹ ਕਿਹੜੀਆਂ ਲੈਂਗੁਏजेस ਐਡ ਕੀਤੀਆਂ ਗਈਆਂ ਸਨ? ਉਹ ਸੀ ਜੀ ਸਾਡੀ ਕੋਂਕਣੀ, ਮਨੀਪੁਰੀ ਤੇ ਨੇਪਾਲੀ। ਠੀਕ ਹੈ, ਲਿਖ ਲਓ, ਐਗਜ਼ਾਮ ਦੇ ਵਿੱਚ ਪੁੱਛੀਆਂ ਜਾ ਸਕਦੀਆਂ। 71st ਅਮੈਂਡਮੈਂਟ 71ਵੀਂ ਅਮੈਂਡਮੈਂਟ 1992 ਦੇ ਵਿੱਚ ਜਿਹੜੀ ਹੋਈ ਸੀ ਉਹਦੇ ਨਾਲ ਕੋਂਕਣੀ, ਮਨੀਪੁਰੀ ਤੇ ਨੇਪਾਲੀ ਲੈਂਗੁਏजेस ਐਡ ਕੀਤੀਆਂ ਗਈਆਂ ਸਨ। ਤੇ ਜਿਹੜੀਆਂ ਰਿਮੇਨਿੰਗ ਲੈਂਗੁਏजेस, 4 ਰਿਮੇਨਿੰਗ ਲੈਂਗੁਏजेस ਨੇ 19, 20, 21 ਤੇ 22, ਇਹ ਲੈਂਗੁਏजेस ਕਦੋਂ ਐਡ ਕੀਤੀਆਂ ਗਈਆਂ? ਸਾਡੇ ਕਨਸਟੀਟਿਊਸ਼ਨ ਦੇ ਵਿੱਚ ਇਹ ਐਡ ਕੀਤੀਆਂ ਗਈਆਂ ਸੰਵਿਧਾਨ 8th ਸ਼ਡਿਊਲ ਦੇ ਵਿੱਚ 92ਵੀਂ ਅਮੈਂਡਮੈਂਟ ਜੋ ਹੋਈ ਸੀ 2003 ਦੇ ਵਿੱਚ। ਉਹਦੇ ਨਾਲ ਕਿਹੜੀਆਂ ਲੈਂਗੁਏजेस ਐਡ ਕੀਤੀਆਂ ਗਈਆਂ ਸਨ? ਬੋਡੋ, ਡੋਗਰੀ, ਸੰਥਲ ਤੇ ਮੈਥਾਲੀ। ਠੀਕ ਹੈ ਜੀ, ਇਹ 4 ਲੈਂਗੁਏजेस ਸਨ ਜੋ ਐਡ ਕੀਤੀਆਂ ਗਈਆਂ ਸਨ ਸਾਡੇ ਕਨਸਟੀਟਿਊਸ਼ਨ 8th ਸ਼ਡਿਊਲ ਦੇ ਵਿੱਚ, ਜਿਸ ਨਾਲ ਅੱਜ ਸਾਡੇ 8th ਸ਼ਡਿਊਲ ਦੇ ਵਿੱਚ ਕਿੰਨੀਆਂ ਅਫੀਸ਼ੀਅਲ ਲੈਂਗੁਏजेस ਨੇ? 22 ਅਫੀਸ਼ੀਅਲ ਲੈਂਗੁਏजेस ਨੇ। ਸੋ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ, ਜਿੰਨਾ ਐਡੀਸ਼ਨਲ ਫੈਕਟ ਹੁੰਦੇ ਨੇ ਉਹਦੇ ਨਾਲ ਤੁਹਾਡੇ 5 ਤੋਂ 10 ਕੁਐਸਚਨ ਸ਼ੋਰਲੀ ਕੀ ਹੋ ਜਾਂਦੇ ਨੇ? ਡਿਸਕਸ ਕੀਤੇ ਜਾਂਦੇ ਨੇ ਹਰ ਸਲਾਈਡ ਦੇ ਉੱਤੇ। ਨੈਕਸਟ ਕੁਐਸਚਨ ਹੈ ਕਿ ਅੰਡਰ ਵਿਚ ਆਰਟੀਕਲ ਦ ਪਾਰਲੀਮੈਂਟ ਕੈਨ ਪ੍ਰਸਕ੍ਰਾਈਬ ਰੈਜ਼ੀਡੈਂਸ ਵਿਦਿਨ ਸਟੇਟ ਔਰ ਯੂਨੀਅਨ ਟੈਰੀਟਰੀ। ਕਹਿੰਦੇ ਕਿਸ ਆਰਟੀਕਲ ਦੇ ਅੰਡਰ ਕੀ ਦਿੱਤਾ ਗਿਆ ਹੈ ਕਿ ਪਾਰਲੀਮੈਂਟ ਸਾਨੂੰ ਪ੍ਰਸਕ੍ਰਾਈਬ ਕਰਦੀ ਹੈ ਸਾਡਾ ਰੈਜ਼ੀਡੈਂਸ ਕਿਸੇ ਵੀ ਸਟੇਟ ਦੇ ਵਿੱਚ ਜਾਂ ਫਿਰ ਕਿਸੇ ਯੂਨੀਅਨ ਟੈਰੀਟਰੀਜ਼ ਦੇ ਵਿੱਚ। ਤਾਂ ਪਤਾ ਹੋਣਾ ਚਾਹੀਦਾ ਕਿ ਆਰਟੀਕਲ 18 ਕੀ ਹੈ। ਆਰਟੀਕਲ 18 ਕਹਿੰਦਾ ਹੈ ਅਬੋਲਿਸ਼ਨ, ਕੀ ਕਹਿੰਦਾ ਹੈ? ਅਬੋਲਿਸ਼ਨ ਆਫ
टाइटल कि हर तरीके के टाइटल नू खत्म कर दिता जाएगा। अजकल सिर्फ आर्मड फोर्सिस दे विच टाइटल दिते जाणगे, डिफेंस फोर्सिस दे विच, ਜਾਂ फिर एकेडैमिक टाइटल दिते जाणगे जिवें PhD दे विच डॉक्टर हो गया, प्रोफैसर हो गया। आर्टिकल 17 की कहता है? आर्टिकल 17 कहता है अबॉलिशन ऑफ अनटचेबिलिटी, छूत छात नू की करना है? खत्म करना है। आर्टिकल 15 की कहता है? आर्टिकल 15 कहता है कि नो डिस्क्रिमिनेशन, कि किसी तरीके का कोई भी भेदभाव नहीं किया जाएगा ऑन द ग्राउंड्स ऑफ रेस, बर्थ ऑफ प्लेस, सैक्स, ठीक है जी, रेस, कास्ट, रिलीजन, इन्हां चीज़ों के उत्ते किसी नाल कोई भी भेदभाव नहीं किया जाएगा। बट साडा क्वेश्चन की कह रहा है कि पार्लीमेंट ने सानू किसी जगह के उत्ते रहन दी जिहड़ी गल कीती गई है वो किसी स्टेट या यूनियन टैरेटरी दे विच रहन दी गल किस आर्टिकल के अंडर की गई है? ऑप्शन बी इज अ राइट आंसर, आर्टिकल 16 के अंडर, क्योंकि आर्टिकल 16 कहता है कि हर एक नू पब्लिक इंप्लॉयमेंट की पूरी पूरी की है इक्वैलिटी दी जाएगी, किसी तरीके का कोई भी डिस्क्रिमिनेशन, कोई भी भेदभाव नहीं किया जाएगा। सो जो सानू किसी होर स्टेट दे विच जॉब मिलती है तो उत्थे सानू रहने की सुविधा की दी जाएगी, आर्टिकल 16 के अंडर, ठीक है जी। सो इस दे नाल ही साडी अज दी सीरीज़ हुंदी है कंप्लीट। होपफुली तुहानू क्वेश्चन पसंद आए होणगे। सो ये साडे जिहड़े आर्टिकल्स ने, आर्टिकल 14 तो लैके 18 तक, ये साडे फंडामेंटल राइट्स ने। केड़ा फंडामेंटल राइट है? राइट टू इक्वैलिटी, ठीक है, साडे 6 फंडामेंटल राइट्स ने। सो अगे आपां करांगे। अगर तुहानू वीडियोज़ पसंद आंदी है तो अपने कमेंट बॉक्स दे विच अपना रिव्यू जरूर देना है कि नैक्सट वीडियोज़ तुहानू चाहिए कि नहीं। सो थैंक यू सो मच, मिलते हैं नैक्सट वीडियो।